ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਅਗਰ ਕਿਸੇ ਦੇ ਅੰਦਰ 5 ਗੁਣ ਹੋਣ, ਸਤ, ਸੰਤੋਖ, ਦਇਆ, ਧਰਮ, ਧੀਰਜ, ਤੇ ਇਹਦੇ ਨਾਲ ਹੋਰ ਵੀ ਅਨੇਕਾਂ ਦੇਵੀ ਗੁਣ ਹੋਣ, ਇਹਨਾਂ ਸਾਰੇ ਦੇਵੀ ਗੁਣਾਂ ਦੇ ਵਿੱਚੋਂ ਅਗਰ ਅਸੀਂ ਕੋਈ ਸ੍ਰੇਸ਼ਟ ਗੁਣ ਦੇਖਦੇ ਹਾਂ ਤਾਂ ਉਹ ਸੰਤ ਮਹਾਤਮਾ ਦੇ ਵਿੱਚ ਹੁੰਦਾ ਹੈ। ਉਹ ਹੁੰਦੀ ਹੈ ਖਿਮਾ, ਕਿਸੇ ਨੂੰ ਮਾਫ ਕਰ ਦੇਣਾ, ਕਿਸੇ ਦੇ ਔਗਣ ਨਹੀਂ ਚਿਤਾਰਨੇ। ਇਹ ਜਿਹੜੀ ਦ੍ਰਿਸ਼ਟੀ ਆ ਜਾਂ ਇਹ ਜਿਹੜੀ ਭਾਵਨੀ ਆ, ਇਹ ਮਹਾਂਪੁਰਖਾਂ ਦੇ ਅੰਦਰ ਪ੍ਰਬਲ ਹੁੰਦੀ ਆ। ਆਮ ਕਰਕੇ ਸੰਸਾਰੀ ਲੋਕੀ ਇਹਨਾਂ ਸਾਰਿਆਂ ਦੇਵੀ ਗੁਣਾਂ ਨੂੰ ਛਿੱਕੇ ਟੰਗਦੇ ਹੋਏ ਦੂਸਰੇ ਦੇ ਪ੍ਰਤੀ ਆਪਣੀ ਜਿਹੜੀ ਭਾਵਨਾ ਹੈਗੀ ਆ, ਜਾਂ ਤਾਂ ਉਹ ਬੈਰ ਵਿਰੋਧ ਦੀ ਨਜ਼ਰ ਨਾ ਰੱਖਦੇ ਆ, ਜਾਂ ਬਦਲੇ ਦੀ ਭਾਵਨਾ ਰੱਖਦੇ ਆ, ਜਾਂ ਕਿਸੇ ਦੂਸਰੇ ਨੂੰ ਈਨ ਮਨਾਉਣ ਦੇ ਵਿੱਚ ਰੱਖਦੇ ਆ, ਜਾਂ ਵੈਸੇ ਹੀ ਕਿਸੇ ਦੇ ਪ੍ਰਤੀ ਆਪਣੀ ਜਿਹੜੀ ਚੜ੍ਹਤ ਵਾ, ਜਿਹੜੀ ਬੜ੍ਹਤ ਵਾ, ਉਹਨੂੰ ਵਧਾਉਣ ਵਾਸਤੇ, ਉਹਨੂੰ ਦੱਸਣ ਵਾਸਤੇ ਸਾਰੇ ਹੀਲੇ ਵਸੀਲੇ ਵਰਤਦੇ ਰਹਿੰਦੇ ਆ। ਔਰ ਖ਼ਾਸ ਕਰਕੇ ਇਹਦੇ ਵਿੱਚ ਉਹ ਲੋਕ ਆ ਜਾਂਦੇ ਆ ਜਿਹੜੇ ਰਜੋਗੁਣੀ ਹੁੰਦੇ ਆ, ਕਿਉਂਕਿ ਜਿਹੜੇ ਰਜੋਗੁਣੀ ਲੋਕਾਂ ਦੀ ਵਰਤੀ ਹੁੰਦੀ ਆ, ਉਹ ਜ਼ਿਆਦਾਤਰ ਇੱਕ ਦੂਸਰੇ ਦੇ ਪ੍ਰਤੀ ਜੋ ਚੱਲ ਰਹੀਆਂ ਵਿਰੋਧੀ ਗੱਲਾਂ ਹੈਗੀਆਂ, ਨਿੰਦਾ ਚੁਗਲੀ ਹੈਗੀ ਆ, ਉਹਨਾਂ ਦੇ ਵਿੱਚ ਉਹ ਆਪਣਾ ਸਮਾਂ ਬਹੁਤ ਜ਼ਿਆਦਾ ਬਰਬਾਦ ਕਰ ਦਿੰਦੇ ਆ ਅਤੇ ਆਪਣੇ ਆਪ ਨੂੰ ਦੂਸਰਿਆਂ ਨਾਲੋਂ ਸਭ ਤੋਂ ਜ਼ਿਆਦਾ ਸ੍ਰੇਸ਼ਟ ਦੱਸਣ ਦੇ ਵਿੱਚ ਆਪਣੀ ਜਿਹੜੀ ਸਾਰੀ ਜ਼ਿੰਦਗੀ ਦੀ ਪੂੰਜੀ ਆ ਉਹਦੇ ਵਿੱਚ ਹੀ ਖਰਚ ਕਰ ਦਿੰਦੇ ਆ। ਪਰ ਅਸਲ ਦੇ ਵਿੱਚ ਕੀ ਹੁੰਦਾ ਹੈਗਾ ਕਿ ਜਿਹੜਾ ਅਧਿਆਤਮਿਕ ਮਾਰਗ ਹੈਗਾ, ਅਧਿਆਤਮ ਮਾਰਗ ਦੇ ਅੰਦਰ ਕੇਵਲ ਅਤੇ ਕੇਵਲ ਸੰਤ ਮਹਾਂਪੁਰਖ ਔਰ ਜਾਂ ਇਹਦੇ ਉੱਤੇ ਕੇਵਲ ਅਤੇ ਕੇਵਲ ਉਹ ਪਿਆਰੇ ਚੱਲ ਸਕਦੇ ਆ ਜਿਹੜੇ ਇਸ ਰਾਹ ਦੇ ਚੱਲਣ ਦੇ ਇਸ਼ਕ ਹੈਗੇ ਆ। ਸੋ ਜਿਨ੍ਹਾਂ ਨੇ ਇਹ ਪਰਮਾਰਥ ਦਾ ਰਸਤਾ ਚੁਣਨਾ ਹੈਗਾ, ਉਹਨਾਂ ਦੇ ਵਾਸਤੇ ਇਹ ਜਿਹੜਾ ਖਿਮਾ ਦਾ ਗੁਣ ਹੈ, ਕਿਸੇ ਨੂੰ ਖਿਮਾ ਕਰ ਦੇਣਾ, ਕਿਸੇ ਨੂੰ ਮਾਫ ਕਰ ਦੇਣਾ, ਇਹ ਗੁਣ ਜਿਹੜਾ ਹੈਗਾ ਇਹ ਬਹੁਤ ਜ਼ਿਆਦਾ ਪ੍ਰਬਲ ਹੋਣਾ ਚਾਹੀਦਾ ਹੈਗਾ, ਧੁਰ ਅੰਦਰ ਹੋਣਾ ਚਾਹੀਦਾ ਹੈਗਾ। ਜੇ ਇਹ ਗੁਣ ਉਹਨਾਂ ਦੇ ਅੰਦਰ ਹੋਊਗਾ ਤਾਂ ਫਿਰ ਹੀ ਉਹ ਪਰਮੇਸ਼ਰ ਦੀ ਭਜਨ ਬੰਦਗੀ ਦੇ ਕਾਬਲ ਹੋ ਸਕਦੇ ਆ। ਜਿਉਂ ਕਹਿ ਲਓ ਕਿ ਉਹ ਪਰਮਾਰਥ 'ਤੇ ਜਾਣ ਦਾ ਪਹਿਲਾ ਗੁਣ ਕੇਵਲ ਅਤੇ ਕੇਵਲ ਖਿਮਾ ਹੈਗੀ ਆ। ਬਾਕੀ ਅਗਰ ਸਾਰੇ ਗੁਣ ਹੋਰ ਖਿਮਾ ਨਾ ਹੋਵੇ ਤਾਂ ਬਾਕੀ ਗੁਣਾਂ ਦੇ ਵਿੱਚ ਖੜਬੜੀ ਪੈਦਾ ਹੋ ਜਾਂਦੀ ਆ। ਇਸ ਕਰਕੇ ਖਿਮਾ ਦਾ ਗੁਣ ਸਭ ਤੋਂ ਜ਼ਿਆਦਾ ਪ੍ਰਬਲ ਹੈਗਾ। ਆਮ ਤੌਰ 'ਤੇ ਅਸੀਂ ਦੇਖਦੇ ਹਾਂ ਕਿ ਅਗਰ ਕੋਈ ਇਨਸਾਨ ਗਲਤੀ ਕਰੇ ਪਰ ਆਪਣੀ ਉਹ ਈਗੋ ਦੇ ਕਾਰਨ ਦੂਸਰੇ ਤੋਂ ਸੌਰੀ ਜਾਂ ਮਾਫੀ ਨਹੀਂ ਮੰਗਦਾ ਹੈ, ਅਗਰ ਕੋਈ ਮਾਫੀ ਮੰਗ ਲਵੇ ਉਹਦੇ ਵਿੱਚ ਉਹ ਆਪਣੀ ਹੱਤਕ ਮਹਿਸੂਸ ਕਰਦਾ ਹੈਗਾ ਕਿ ਮੈਂ ਇਸ ਆਦਮੀ ਦੇ ਮੂਹਰੇ ਸੌਰੀ ਮੈਨੂੰ ਕਹਿਣਾ ਪੈ ਗਿਆ ਹੈਗਾ। ਲੇਕਿਨ ਇਹ ਜਿਹੜੀ ਹੱਤਕ ਹੈਗੀ ਉਹ ਆਪਣੇ ਆਪ ਦੇ ਵਿੱਚ ਸਮਝਦਾ ਹੈਗਾ, ਇਹਦੇ ਵਿੱਚ ਉਸ ਦੀ ਆਪਣੀ ਜਿਹੜੀ ਈਗੋ ਹੈਗੀ ਆ ਉਹ ਉਸ ਨੂੰ ਉਸ ਜਗ੍ਹਾ 'ਤੇ ਟਿਕਣ ਨਹੀਂ ਦਿੰਦੀ। ਫਿਰ ਵੀ ਉਹ ਆਦਮੀ ਸਮਾਂ ਪਾ ਕੇ ਜਿਸ ਆਦਮੀ ਤੋਂ ਸੌਰੀ ਮੰਗੀ ਆ, ਜਦ ਕਦੇ ਕੋਈ ਮੌਕਾ ਬਣਦਾ ਹੈਗਾ ਤਾਂ ਫਿਰ ਉਹ ਤੋਂ ਉਹ ਬਦਲੇ ਦੀ ਭਾਵਨਾ ਦਾ ਕੰਮ ਕਰਦਾ ਹੈਗਾ। ਪਰ ਮਹਾਂਪੁਰਖਾਂ ਦੇ ਅੰਦਰ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਉਹਨਾਂ ਦਾ ਕੋਈ ਨਾਮੋ ਨਿਸ਼ਾਨ ਨਹੀਂ ਹੁੰਦਾ। ਹਾਂ, ਕਿਉਂਕਿ ਮਹਾਂਪੁਰਖਾਂ ਨੂੰ ਪਤਾ ਹੁੰਦਾ ਹੈ ਕਿ ਜਿਨ੍ਹਾਂ ਨੇ ਮੋਕਸ਼ ਦੀ ਪ੍ਰਾਪਤੀ ਕਰਨੀ ਆ, ਜਿਨ੍ਹਾਂ ਨੇ ਆਪਣੇ ਜੀਵਨ ਦੀ ਬਾਜੀ ਜਿੱਤਣੀ ਹੈਗੀ ਆ, ਜਿਨ੍ਹਾਂ ਨੇ ਆਪਣਾ ਲੋਕ ਅਤੇ ਪਰਲੋਕ ਸਵਾਰਨਾ ਹੈ, ਉਹਨਾਂ ਦੇ ਵਿੱਚ ਇਹ ਮਾਫੀ ਦਾ ਗੁਣ, ਖਿਮਾ ਦਾ ਗੁਣ ਇਹ ਪਹਿਲ ਦੇ ਆਧਾਰ 'ਤੇ ਹੋਣਾ ਚਾਹੀਦਾ ਹੈਗਾ। ਕਿਉਂ ਅਗਰ ਖਿਮਾ ਦਾ ਗੁਣ ਨਹੀਂ ਹੋਊਗਾ ਤਾਂ ਉਹਨਾਂ ਨੂੰ ਇਸ ਸੰਸਾਰ ਦੇ ਵਿੱਚ ਫਿਰ ਮੋਕਸ਼ ਦੀ ਪ੍ਰਾਪਤੀ ਨਹੀਂ ਹੁੰਦੀ, ਉਹਨਾਂ ਦਾ ਆਵਾਗਮਨ ਤੋਂ ਛੁਟਕਾਰਾ ਨਹੀਂ ਆਉਂਦਾ, ਉਹਨਾਂ ਨੂੰ ਵਾਪਸ ਫਿਰ ਇਸ ਸੰਸਾਰ ਦੇ ਵਿੱਚ ਆਉਣਾ ਪੈਂਦਾ ਹੈ। ਜਿਵੇਂ ਇੱਕ ਵਾਰ 6ਵੀਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਦ ਇੱਕ ਵਾਰੀ ਸ਼ਿਕਾਰ 'ਤੇ ਗਏ, ਜਦ ਸ਼ਿਕਾਰ 'ਤੇ ਗਏ ਅਤੇ ਸ਼ਿਕਾਰ ਤੋਂ ਜਦ ਆਏ ਸੀ ਤਾਂ ਉਹਨਾਂ ਦੇ ਹੱਥ ਦੇ ਵਿੱਚ ਇੱਕ ਤਿੱਤਰ ਫੜਿਆ ਸੀਗਾ ਅਤੇ ਇੱਕ ਬਾਜ ਫੜਿਆ ਸੀਗਾ। ਜਦ ਤਿੱਤਰ ਬਾਜ ਦਾ ਸ਼ਿਕਾਰ ਕਰਕੇ ਆਏ ਅਤੇ ਰਸਤੇ ਦੇ ਵਿੱਚ ਕੁਛ ਪ੍ਰਾਣੀ ਜਦ ਮਹਾਂਪੁਰਖਾਂ ਦੇ ਦਰਸ਼ਨ ਕਰਨ ਆਏ ਅਤੇ ਉਹਦੇ ਵਿੱਚੋਂ ਇੱਕ ਆਦਮੀ ਦੇ ਮਨ ਦੇ ਵਿੱਚ ਸ਼ੰਕਾ ਹੋਇਆ ਵੀ ਹੈ ਤਾਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਗੱਦੀ ਦੇ ਵਾਰਸ, ਪਰ ਦੇਖੋ ਕਿੱਦਾਂ ਜਾਨਵਰਾਂ ਦਾ ਘਾਣ ਕਰਦੇ ਆ, ਕਿਵੇਂ ਪੰਛੀ ਵਿਚਾਰੇ ਆ ਜਿਨ੍ਹਾਂ ਦਾ ਕੋਈ ਕਸੂਰ ਹੀ ਨਹੀਂ, ਉਹਨਾਂ ਨੂੰ ਮਾਰ ਕੇ ਇਹ ਉਹਨਾਂ ਦਾ ਸ਼ਿਕਾਰ ਕਰਦੇ ਆ। ਜਦੋਂ ਉਹਨੇ ਮਨ ਦੇ ਵਿੱਚ ਇਹ ਜਿਹੜਾ ਸੋਚਿਆ ਸੀਗਾ, ਫਿਰ ਉਸ ਟਾਈਮ 6ਵੀਂ ਪਾਤਸ਼ਾਹੀ ਮਹਾਰਾਜ ਨੇ ਉਸ ਦਾ ਇਹ ਭਰਮ ਦੂਰ ਕਰਨ ਵਾਸਤੇ ਉਹਨੂੰ ਦੱਸਿਆ ਸੀ। ਕਹਿਣ ਲੱਗੇ, ਕਹਿੰਦੇ ਭਾਈ ਵੀ ਅਸੀਂ ਇਹਨਾਂ ਦਾ ਸ਼ਿਕਾਰ ਨਹੀਂ ਕੀਤਾ, ਇਹਨਾਂ ਪੰਛੀਆਂ ਦਾ ਵੱਧ ਕੀਤਾ ਹੈ। ਜਦ ਇੰਨੀ ਗੱਲ ਹੋਈ, ਉਸ ਜਿਹੜੇ ਨਾਲ ਦੀ ਸੰਗਤ ਕਹਿਣ ਲੱਗੀ ਕਿ ਮਹਾਂਪੁਰਖੋ ਇਸ ਦੇ ਵਿੱਚ ਕੀ ਰਮਜਾ, ਸਾਨੂੰ ਸਮਝਾਵੋ। ਅਤੇ ਫਿਰ ਮਹਾਂਪੁਰਖਾਂ ਨੇ ਆਖਿਆ ਸੀਗਾ, ਕਹਿਣ ਲੱਗੇ ਦੇਖੋ ਭਾਈ, ਆਹ ਜਿਹੜਾ ਤਿੱਤਰ ਮੈਂ ਹੱਥ 'ਚ ਫੜਿਆ ਹੈਗਾ, ਜਿਹਦਾ ਸ਼ਿਕਾਰ ਕੀਤਾ ਹੈ, ਇਹ ਤਿੱਤਰ ਕਿਸੇ ਸਮੇਂ ਇੱਕ ਬੇੜੀ ਦਾ ਮਲਾਹ ਸੀਗਾ। ਸੋ ਇਹ ਜਿਹੜਾ ਬਾਜ ਫੜਿਆ ਹੈਗਾ, ਇਹ ਉਹ ਆਦਮੀ ਆ ਜਿਹੜਾ ਇਸ ਬੇੜੀ ਦੇ ਵਿੱਚ ਸਫ਼ਰ ਕਰ ਰਿਹਾ ਸੀਗਾ। ਇਹ ਸੇਠ ਸੀ, ਧਨਾਟ ਸੀਗਾ।
ਸੋ ਇਹ ਜਿਹੜਾ ਮਲਾਹ ਬੀੜੀ ਚਲਾ ਰਿਹਾ ਸੀਗਾ, ਜਦ ਧਨਾੜ ਇਹਦੀ ਬੇੜੀ 'ਤੇ ਸਵਾਰ ਹੋਇਆ ਅਤੇ ਜਿਹੜਾ ਮਲਾਹ ਬੀੜੀ ਚਲਾ ਰਿਹਾ ਸੀ ਉਹਦੇ ਮਨ ਦੇ ਵਿੱਚ ਧਨਾੜ ਨੂੰ ਦੇਖ ਕੇ ਅੰਦਰ ਜਿਹੜੀ ਲਾਲਸਾ ਇਹ ਵੱਧ ਗਈ ਕਿ ਇਹਦੇ ਪਾਸ ਕਾਫੀ ਧਨ ਹੈਗਾ ਅਤੇ ਹੁਣ ਦੇਖਣ ਵਾਲਾ ਵੀ ਕੋਈ ਨਹੀਂ, ਕਿਉਂ ਨਾ ਹੋਵੇ ਕਿ ਮੈਂ ਇਸ ਧਨਾੜ ਨੂੰ ਇਸ ਬੇੜੀ ਦੇ ਵਿੱਚੋਂ ਧੱਕਾ ਮਾਰ ਕੇ ਨਦੀ ਦੇ ਵਿੱਚ ਡੁਬੋ ਦਿਆਂ ਅਤੇ ਸਾਰਾ ਧਨ ਆਪਣੇ ਕਬਜ਼ੇ 'ਚ ਕਰ ਲਵਾਂ। ਕਹਿੰਦੇ ਵੀ ਜਦੋਂ ਬੀੜੀ ਬਿਲਕੁਲ ਨਦੀ ਦੇ ਵਿਚਕਾਰ ਗਈ ਤਾਂ ਉਸੇ ਹੀ ਮਲਾਹ ਜਿਹੜਾ ਬੀੜੀ ਚਲਾਉਂਦਾ ਸੀਗਾ, ਮੌਕਾ ਦੇਖ ਕੇ ਉਹਨੇ ਧਨਾੜ ਨੂੰ ਧੱਕਾ ਦੇ ਕੇ ਤੇ ਉਸ ਨਦੀ ਦੇ ਵਿੱਚ ਸਿੱਟ ਦਿੱਤਾ ਸੀ। ਜਦ ਸੱਟਿਆ ਸੀ ਤਾਂ ਫਿਰ ਉਹ ਧਨਾੜ ਦੇ ਮਨ ਦੇ ਵਿੱਚ ਜਿਹੜੀ ਇਹ ਆਈ ਵੀ ਇਸ ਮਲਾਹ ਨੇ ਮੇਰੇ ਨਾਲ ਬੜਾ ਭਾਰੀ ਧੋਖਾ ਕੀਤਾ ਹੈ। ਪਰ ਉਸ ਫਿਰ ਧਨਾੜ ਨੇ ਡੁੱਬਦੇ ਡੁੱਬਦੇ ਉਸ ਬੇੜੀ ਵਾਲੇ ਨੂੰ ਇਹ ਆਖਿਆ ਸੀਗਾ ਕਿ ਤੂੰ ਮੈਨੂੰ ਧੋਖੇ ਦੇ ਨਾਲ ਇਸ ਪਾਣੀ ਦੇ ਵਿੱਚ ਡੁੱਬਿਆ, ਮੇਰਾ ਸਾਰਾ ਕੁਝ ਲੁੱਟ ਲਿਆ ਹੈਗਾ, ਪਰ ਅਗਰ ਕਿਤੇ ਮੌਕਾ ਬਣਿਆ ਤਾਂ ਮੈਂ ਤੇਰੇ ਕੋਲੋਂ ਇਹ ਬਦਲਾ ਜ਼ਰੂਰ ਲਊਂਗਾ। ਦੇਖੋ ਕਹਿੰਦੇ ਬੜੀ ਬਦਲੇ ਦੀ ਭਾਵਨਾ ਦੇ ਨਾਲ ਉਹ ਧਨਾੜ ਦੀ ਜਿਹੜੀ ਪੰਜ ਭੂਤਕ ਸਰੀਰ ਸੀ ਉਹਦੇ ਵਿੱਚੋਂ ਰੂਹ ਨਿਕਲ ਗਈ। ਸੋ ਸਮਾਂ ਪਾ ਕੇ ਇਹ ਦੋਨੇ ਜਾਣੇ ਜਿਸ ਵੀ ਜੂਨ ਦੇ ਵਿੱਚ ਜਾਂਦੇ ਆ, ਉਸ ਜੂਨ ਦੇ ਵਿੱਚ ਫਿਰ ਉਹ ਧਨਾੜ ਜਿਹੜਾ ਹੈਗਾ ਆਪਣਾ ਇਸ ਬੇੜੀ 'ਚੋਂ ਧੱਕੇ ਮਾਰਦਾ ਹੈ, ਜਿਹੜਾ ਬਦਲਾ ਇਸ ਜੂਨ ਦੇ ਵਿੱਚ ਜ਼ਰੂਰ ਲੈਂਦਾ ਹੈਗਾ। ਇਸ ਤਰ੍ਹਾਂ ਇਹ ਕਾਫੀ ਸਮਾਂ ਜਿਹੜਾ ਸੀਗਾ ਇਸ ਦੀ ਵਾਸ਼ਨਾ ਦੇ ਵਿੱਚ ਇਹ ਜੂਨਾਂ ਭੁਗਤਦੇ ਰਹੇ ਆ। ਅਤੇ ਕਹਿੰਦੇ ਵੀ ਇਸ ਜੂਨ ਦੇ ਵਿੱਚ ਇਹ ਜਿਹੜਾ ਧਨਾੜ ਹੈ ਇਹ ਬਾਜ ਬਣਿਆ ਹੈ ਅਤੇ ਜਿਹੜਾ ਮਲਾਹ ਹੈ ਤਿੱਤਰ ਬਣਿਆ ਹੈਗਾ। ਅਤੇ ਇਹ ਜੋ ਬਾਜ ਸੀਗਾ ਇਹ ਤਿੱਤਰ ਦੀ ਤਲਾਸ਼ ਦੇ ਵਿੱਚ ਰਹਿੰਦਾ ਸੀਗਾ। ਅਤੇ ਜਦ ਕਹਿੰਦੇ ਵੀ ਅੱਜ ਅਸੀਂ ਇਹਨਾਂ ਨੂੰ ਇਸ ਤਿੱਤਰ ਦਾ ਸ਼ਿਕਾਰ ਕਰਦੇ ਬਾਜ ਨੂੰ ਦੇਖਿਆ ਸੀਗਾ, ਫਿਰ ਕਹਿੰਦੇ ਉਸ ਟਾਈਮ ਅਸੀਂ ਫਿਰ ਜਿਹੜਾ ਸੀਗਾ ਆਪਣੇ ਤੀਰ ਦੇ ਨਾਲ ਇਹਨਾਂ ਦੋਨਾਂ ਦਾ ਹੀ ਵੱਤ ਕਰਕੇ ਇਹਨਾਂ ਦਾ ਜੂਨ ਤੋਂ ਪਾਰ ਉਤਾਰਾ ਕਰ ਦਿੱਤਾ ਸੀ। ਸੋ ਕਹਿਣ ਤੋਂ ਭਾਵ ਇਹ ਆ, ਇਹ ਤਾਂ ਮਹਾਂਪੁਰਖਾਂ ਦੀਆਂ ਗੰਮੀ ਖੇਡਾਂ ਹੈਗੀਆਂ, ਇਹ ਤਾਂ ਉਹੀ ਜਾਣਦੇ ਆ। ਪਰ ਉਹਨਾਂ ਦੇ ਭਾਵ ਇਹ ਇਹਨਾਂ ਸਾਖੀਆਂ ਤੋਂ ਨਿਕਲਦਾ ਹੈਗਾ ਕਿ ਜਿਹੜੇ ਇਨਸਾਨ ਆਪਣੇ ਮਨ ਦੇ ਵਿੱਚ ਵੈਰ ਵਿਰੋਧ ਦੀ ਭਾਵਨਾ ਰੱਖ ਲੈਂਦੇ ਆ, ਕਿਸੇ ਦੇ ਅਵਗੁਣ ਨੂੰ ਮਾफ़ ਨਹੀਂ ਕਰਦੇ ਕਿ ਉਹਨੇ ਸਾਡੇ ਨਾਲ ਕੰਮ ਕੀਤਾ ਹੈਗਾ ਅਤੇ ਅਸੀਂ ਵੀ ਉਹਦੇ ਨਾਲ ਜ਼ਰੂਰ ਕਰਾਂਗੇ ਜਦ ਵੀ ਮੌਕਾ ਮਿਲਿਆ। ਅਗਰ ਇਹ ਭਾਵਨਾ ਅੰਦਰ ਬਣ ਜਾਂਦੀ ਹੈ ਤਾਂ ਫਿਰ ਕਹਿੰਦੇ ਮੋਕਸ਼ ਦੀ ਪ੍ਰਾਪਤੀ ਨਹੀਂ ਹੁੰਦੀ, ਫਿਰ ਉਹਨਾਂ ਨੂੰ ਜਨਮ ਮਰਨ ਦੇ ਚੱਕਰ ਦੇ ਵਿੱਚੋਂ ਕੋਈ ਵੀ ਬਚਾ ਨਹੀਂ ਸਕਦਾ ਹੈ। ਸੋ ਇਸ ਕਰਕੇ ਜਿਨ੍ਹਾਂ ਨੇ ਮੋਕਸ਼ ਦੀ ਪ੍ਰਾਪਤੀ ਕਰਨੀ ਹੈ, ਇਹ ਮਨੁੱਖਾ ਜਨਮ ਦੇ ਵਿੱਚ ਦੁਬਾਰਾ ਨਹੀਂ ਆਉਣਾ, ਕੇਵਲ ਅਤੇ ਕੇਵਲ ਉਸ ਪਰਮੇਸ਼ਰ ਦਾ ਆਪਣੇ ਨਿੱਜ ਸਰੂਪ ਦੇ ਵਿੱਚ ਹੋ ਕੇ ਧਿਆਨ ਧਰਨਾ ਹੈ। ਅਤੇ ਫਿਰ ਭਾਈ ਉਹਨਾਂ ਦੇ ਅੰਦਰ ਖਿਮਾ ਦਾ ਗੁਣ ਪ੍ਰਦਾਨ ਹੋਣਾ ਚਾਹੀਦਾ, ਚਾਹੇ ਕੁਛ ਵੀ ਹੋਵੇ। ਉਹੋ ਜਿਹੇ ਮਹਾਂਪੁਰਖ ਜਿਹੜੇ ਹਨ ਉਹ ਸਹਿਜ ਦੇ ਵਿੱਚ ਹੀ ਸਾਰਿਆਂ ਦੇ ਅਵਗੁਣ ਨੂੰ ਜੋ ਉਹਨਾਂ ਦੇ ਨਾਲ ਕਿਸੇ ਨੇ ਕੀਤੇ ਹੁੰਦੇ ਆ ਜਾਂ ਵਧੀਕੀਆਂ ਕੀਤੀਆਂ ਹੁੰਦੀਆਂ ਉਹਨਾਂ ਨੂੰ ਸਹਿਜ ਦੇ ਵਿੱਚ ਹੀ ਖਿਮਾ ਕਰ ਦਿੰਦੇ ਆ। ਸੋ ਜਿਵੇਂ ਇੱਕ ਮਹਾਤਮਾ ਸੀਗੇ, ਉਹ ਮਹਾਤਮਾ ਕਹਿਣ ਲੱਗੇ ਕਿ ਕਾਫੀ ਸਾਲ ਪਹਿਲਾਂ ਇੱਕ ਕੋਈ ਪ੍ਰਾਣੀ ਸਾਡੇ ਤੋਂ 25,000 ਰੁਪਈਆ ਉਧਾਰਾ ਲੈ ਗਿਆ। ਜਦ ਕਹਿੰਦੇ 25,000 ਉਧਾਰਾ ਲੈ ਕੇ ਗਿਆ ਅਤੇ ਸਾਡੇ ਨਾਲ ਇਹ ਇਕਰਾਰ ਕਰਕੇ ਗਿਆ ਕਿ ਮੈਨੂੰ ਬਹੁਤ ਜ਼ਿਆਦਾ ਜ਼ਰੂਰਤ ਆ ਅਤੇ ਮੈਂ 2 ਨਹੀਂ ਤਾਂ 3 ਮਹੀਨੇ ਦੇ ਅੰਦਰ ਅੰਦਰ ਇਹ ਜਿਹੜਾ 25,000 ਰੁਪਈਆ ਹੈਗਾ ਇਹ ਜ਼ਰੂਰ ਵਾਪਸ ਕਰ ਦੂੰਗਾ। ਸੋ ਮਹਾਂਪੁਰਖ ਕਹਿਣ ਲੱਗੇ ਕਿ ਅਸੀਂ ਉਹਦੀ ਮਜਬੂਰੀ ਦੇਖ ਕੇ ਅਸੀਂ ਇਹ 25,000 ਰੁਪਈਆ ਜਿਹੜਾ ਸੀਗਾ ਉਸ ਨੂੰ ਦੇ ਦਿੱਤਾ। ਜਦੋਂ ਕਹਿੰਦੇ 25,000 ਰੁਪਈਆ ਦਿੱਤਾ, ਉਸ ਤੋਂ ਬਾਅਦ ਜਿਹੜਾ ਉਹਨੇ ਇਕਰਾਰ ਕੀਤਾ 2-3 ਮਹੀਨੇ ਦਾ, ਉਹ ਤਾਂ ਇੱਕ ਪਾਸੇ ਰਿਹਾ। 2-3 ਸਾਲ ਵੀ ਹੋ ਗਏ। ਕਹਿੰਦੇ ਉਹਨੇ ਇਸ ਚੀਜ਼ ਦਾ ਜਿਹੜਾ ਹੈਗਾ ਜਾਂ ਪੈਸੇ ਮੋੜਨ ਦਾ ਕਦੇ ਵੀ ਸਾਡੇ ਪਾਸ ਕਦੀ ਆਇਆ ਨਹੀਂ, ਕਦੇ ਕੋਈ ਧਿਆਨ ਨਹੀਂ ਦਿੱਤਾ। ਜਦ ਕਹਿੰਦੇ ਇਸ ਤਰ੍ਹਾਂ ਕਰਦੇ ਕਰਦੇ 4-5 ਸਾਲ ਬੀਤੇ ਅਤੇ ਮਹਾਂਪੁਰਖ ਕਹਿੰਦੇ ਵੀ ਮੇਰੇ ਮਨ ਦੇ ਵਿੱਚ ਕਦੀ ਕਦੀ ਖਿਆਲ ਆਵੇ ਕਿ ਉਹ ਸ਼ਖਸ ਮੇਰੇ ਕੋਲ 25,000 ਰੁਪਈਆ ਲੈ ਗਿਆ ਸੀਗਾ, ਪਰ ਇੰਨੇ ਸਾਲ ਹੋਣ ਤੋਂ ਬਾਵਜੂਦ ਵੀ ਉਹਨੇ ਕੋਈ ਪੈਸਾ ਨਹੀਂ ਮੋੜਿਆ ਹੈ। ਫਿਰ ਮਹਾਂਪੁਰਖ ਕਹਿੰਦੇ ਸੀਗੇ ਕਿ ਅਸੀਂ ਆਪਣੇ ਜਿਹੜੇ ਗੁਰੂਦੇਵ ਸੀਗੇ ਜਿਨ੍ਹਾਂ ਤੋਂ ਅਸੀਂ ਦੀਕਸ਼ਾ ਲਈ ਸੀ, ਅਸੀਂ ਉਹਨਾਂ ਦੇ ਪਾਸ ਜਾ ਕੇ ਸਾਰੀ ਗੱਲ ਖੋਲ੍ਹੀ। ਜਦ ਇੰਨੀ ਗੱਲ ਖੋਲ੍ਹੀ ਤਾਂ ਕਹਿੰਦੇ ਸਾਡੇ ਗੁਰਦੇਵ ਸਾਨੂੰ ਆਖਣ ਲੱਗੇ, ਕਹਿੰਦੇ ਚਲੋ ਠੀਕ ਆ, ਉਸ ਨੂੰ 25,000 ਰੁਪਈਆਂ ਦੀ ਜ਼ਰੂਰਤ ਸੀ, ਹੋ ਸਕਦਾ ਉਹਦੀ ਮਜਬੂਰੀ ਹੋਵੇ ਵੀ ਉਹ ਨਹੀਂ ਮੋੜ ਸਕਿਆ ਹੈਗਾ, ਪਰ ਤੂੰ ਇਹ 25,000 ਦਾ ਖਿਆਲ ਆਪਣੇ ਮਨ ਦੇ ਵਿੱਚੋਂ ਬਾਹਰ ਕੱਢ ਦੇ ਅਤੇ ਤੂੰ ਤਾਂ ਹੀ ਕੱਢ ਸਕਦਾ ਹੈਗਾ ਜਦੋਂ ਤੂੰ ਉਹਨੂੰ ਮਾफ़ ਕਰ ਦਊਂਗਾ। ਕਿਉਂਕਿ ਜੇ ਤਾਂ ਉਹਦੇ ਚਿੱਤ 'ਚ ਹੋ ਤਾਂ ਮੋੜ ਦਊਗਾ, ਜੇ ਉਹਦੇ ਚਿੱਤ 'ਚ ਨਾ ਹੋ ਤਾਂ ਬੇਸ਼ੱਕ ਨਾ ਮੋੜੇ, ਪਰ ਤੈਨੂੰ ਮੋੜੇ ਜਾਂ ਨਾ ਮੋੜੇ ਦਾ ਕੋਈ ਫਰਕ ਨਹੀਂ ਹੋਣਾ ਚਾਹੀਦਾ। ਇਸ ਕਰਕੇ ਤੂੰ ਉਹਨੂੰ ਦਿਲੋਂ ਮਾफ़ ਕਰ ਦੇ, ਕਿਉਂਕਿ ਜਦੋਂ ਤੁਸੀਂ ਉਹਨੂੰ ਮਾफ़ ਕਰ ਦੋਗੇ ਅਤੇ ਫਿਰ ਹੀ ਤੁਹਾਡਾ ਭਜਨ ਦੇ ਵਿੱਚ ਟਿਕਾ ਹੋ ਜਾਊਗਾ। ਇਸੇ ਕਰਕੇ ਸਾਨੂੰ ਗੁਰਬਾਣੀ ਨੇ ਆਖਿਆ ਕਿ ਜਬ ਤਾਰੇ ਕੋ ਬੈਰੀ ਮੀਤ ਤਬ ਲਗ ਨਿਸ਼ਚਰ ਨਾਹੀਂ ਜੀਤ। ਅਗਰ ਕੋਈ ਬੈਰੀ ਮਿੱਤਰ ਦੀ ਭਾਵਨਾ ਦੇ ਨਾਲ ਕਿਸੇ ਦਾ ਚਿਤਵਨ ਕਰਦਾ ਹੈ, ਫਿਰ ਕਹਿੰਦੇ ਜਿਹੜਾ ਨਿਸ਼ਚਾ ਹੈਗਾ ਜਾਂ ਸੁਰਤ ਹੈ ਉਹ ਆਪਣੇ ਸ਼ਬਦ ਨੂੰ ਪਕੜਦੀ ਨਹੀਂ, ਉਹਦੇ ਵਿੱਚ ਇਹ ਜਿਹੜਾ ਬੈਰ ਭਾਵਨਾ ਹੈਗੀ ਆ ਇਹ ਪਹਾੜ ਬਣ ਕੇ ਵਿੱਚ ਰੁਕਾਵਟ ਖੜੀ ਕਰ ਦਿੰਦੀ ਆ।
ਫਿਰ ਮਹਾਤਮਾ ਕਹਿਣ ਲੱਗੇ ਕਿ ਉਸ ਤੋਂ ਬਾਅਦ ਅਸੀਂ ਮਹਾਂਪੁਰਖਾਂ ਦਾ ਬਚਨ ਮੰਨ ਕੇ ਇਹ ਵਿਚਾਰ ਸਦਾ ਦੇ ਵਿੱਚੋਂ ਆਪਣੇ ਅੰਦਰੋਂ ਕੱਢ ਦਿੱਤਾ ਕਿ ਕੋਈ ਸ਼ਖਸ ਸਾਡੇ ਕੋਲ 25,000 ਰੁਪਈਆ ਉਧਾਰਾ ਲੈ ਗਿਆ ਸੀਗਾ, ਪਰ ਉਹ ਤੋਂ ਬਾਅਦ ਕਹਿੰਦੇ ਵੀ ਅਸੀਂ ਉਹਨੂੰ ਸਦਾ ਵਾਸਤੇ ਮਾफ़ ਕਰ ਦਿੱਤਾ। ਅਤੇ ਮਨ ਦੇ ਵਿੱਚ ਇਹ ਆਇਆ ਕਿ ਇੰਨੀ ਭਗਤੀ ਬੰਦਗੀ ਦੇ ਨਾਲ ਅਗਰ ਅਸੀਂ ਇਹੋ ਹੀ ਮਨ ਦੇ ਵਿੱਚ ਵਿਚਾਰ ਰੱਖਦੇ ਰਹੀਏ ਕਿ ਭਾਈ ਉਹਨੇ ਸਾਡਾ 25,000 ਰੁਪਈਆ ਨਹੀਂ ਮੋੜਿਆ, ਫਿਰ ਸਾਨੂੰ ਅਗਲਾ ਜਨਮ ਫਿਰ ਦੁਬਾਰਾ ਲੈਣਾ ਪਊਗਾ। ਉਹ ਇਸ ਕਰਕੇ ਲੈਣਾ ਪਊਗਾ ਕਿ ਅਸੀਂ ਉਹ ਤੋਂ 25,000 ਰੁਪਈਆ ਲੈਣਾ ਹੈਗਾ ਅਤੇ ਅਗਲੇ ਜਨਮ ਦੇ ਵਿੱਚ ਇਹ ਹਿਸਾਬ ਕਿਤਾਬ ਪੂਰਾ ਹੋਊਗਾ। ਇਸ ਕਰਕੇ ਮਹਾਂਪੁਰਖ ਕਹਿੰਦੇ ਵੀ ਸਾਨੂੰ ਕਿਸੇ ਨੂੰ ਮਾफ़ ਕਰ ਦੇਣਾ, ਖਿਮਾ ਕਰ ਦੇਣਾ, ਇਸ ਗੁਣ ਦਾ ਭਾਵ ਸਾਨੂੰ ਫਿਰ ਹੀ ਪਤਾ ਲੱਗਾ ਕਿ ਇਹ ਗੁਣ ਕਿੱਡਾ ਪ੍ਰਧਾਨ ਹੈ। ਇਸੇ ਤਰ੍ਹਾਂ ਇੱਕ ਵਾਰ ਸੰਤ ਬਾਬਾ ਕਰਮ ਸਿੰਘ ਹੋਤੀ ਮਰਦਾਂ ਵਾਲੇ ਮਹਾਂਪੁਰਖ ਵੀ ਆਖਦੇ ਸੀਗੇ ਕਿ ਭਾਈ ਖਿਮਾ ਦਾ ਗੁਣ ਸਿੱਖ ਦੇ ਵਿੱਚ ਪਹਿਲ ਦੇ ਆਧਾਰ 'ਤੇ ਹੋਣਾ ਚਾਹੀਦਾ ਹੈ। ਕੋਈ ਤੁਹਾਡੇ ਨਾਲ ਵਧੀਕੀ ਕਰੇ, ਕੋਈ ਕੁਛ ਕਰੇ, ਕਹਿੰਦੇ ਵੀ ਉਹਦੀ ਵਧੀਕੀ ਨੂੰ ਆਪਣਾ ਪਿਛਲਾ ਕਰਮ ਸਮਝ ਕੇ ਉਹਨੂੰ ਮਾफ़ ਕਰ ਦੇਣਾ ਚਾਹੀਦਾ ਹੈਗਾ। ਸੋ ਇੱਕ ਵਾਰੀ ਕੀ ਹੋਇਆ ਸੀਗਾ, ਜਦ ਮਹਾਂਪੁਰਖ ਬਾਬਾ ਕਰਮ ਸਿੰਘ ਹੋਤੀ ਮਰਦਾਨ ਵਾਲਿਆਂ ਦੇ ਕੋਲ ਸੰਗਤ ਦਰਸ਼ਨ ਕਰਨ ਆਉਂਦੀ ਸੀ, ਰਸਤੇ ਦੇ ਵਿੱਚ ਕੁਛ ਪਿੰਡ ਪੈਂਦੇ ਸੀਗੇ। ਉਹਨਾਂ ਪਿੰਡਾਂ ਦੇ ਵਿੱਚ ਕੋਈ ਮਨ ਚਾਲੇ ਆਦਮੀ ਐਸੇ ਹੁੰਦੇ ਸੀਗੇ ਜਿਹੜੇ ਸੰਗਤਾਂ ਨੂੰ ਪਰੇਸ਼ਾਨ ਕਰਦੇ ਸੀਗੇ। ਜਦੋਂ ਸੰਗਤਾਂ ਦੇ ਆਉਣ ਜਾਣ ਨੂੰ ਪਰੇਸ਼ਾਨ ਕਰਨਾ ਅਤੇ ਇਹ ਸੰਗਤਾਂ ਨੇ ਉਹਨਾਂ ਦੀਆਂ ਸ਼ਿਕਾਇਤਾਂ ਸੰਤ ਬਾਬਾ ਕਰਮ ਸਿੰਘ ਹੋਤੀ ਮਰਦਾਨ ਪਾਸ ਕਰਨੀਆਂ। ਜਦ ਉਹਨਾਂ ਦੇ ਪਾਸ ਕਰਨੀਆਂ ਤਾਂ ਮਹਾਂਪੁਰਖਾਂ ਨੇ ਆਖ ਲੈਣਾ, ਕਹਿਣਾ ਚਲੋ ਕੋਈ ਗੱਲ ਨਹੀਂ, ਅਗਰ ਤੁਸੀਂ ਉਸ ਪਿੰਡ ਵਿੱਚੋਂ ਲੰਘਣ ਲੱਗੇ ਪਰੇਸ਼ਾਨ ਹੁੰਦੇ ਆ ਤਾਂ ਤੁਸੀਂ ਇਸ ਤਰ੍ਹਾਂ ਕਰੋ, ਰਸਤਾ ਬਦਲੋ, ਦੂਸਰੇ ਰਸਤੇ ਆ ਜਾਓ। ਜਦੋਂ ਸੰਗਤ ਨੇ ਦੂਸਰਾ ਰਸਤਾ ਬਦਲ ਲਿਆ ਤਾਂ ਉਸ ਰਸਤੇ ਆਉਣੇ ਸ਼ੁਰੂ ਕੀਤਾ, ਉਹ ਜਿਹੜੇ ਮਨ ਚਲੇ ਆਦਮੀ ਸੀ ਉਹ ਦੂਸਰੇ ਰਸਤੇ 'ਤੇ ਚਲੇ ਗਏ। ਜਦ ਦੂਸਰੇ ਰਸਤੇ 'ਤੇ ਗਏ ਤਾਂ ਉੱਥੇ ਸੰਗਤਾਂ ਨੂੰ ਪਰੇਸ਼ਾਨ ਕਰਨ ਲੱਗ ਪਏ। ਫਿਰ ਸੰਗਤਾਂ ਨੇ ਬਾਬਾ ਕਰਮ ਸਿੰਘ ਦੇ ਪਾਸ ਫਿਰ ਬੇਨਤੀ ਕੀਤੀ, ਜੇ ਅਸੀਂ ਤਾਂ ਪਹਿਲਾ ਰਸਤਾ ਵੀ ਛੱਡ ਦਿੱਤਾ, ਉਹ ਦੂਸਰੇ ਰਸਤੇ ਆ ਕੇ ਵੀ ਸਾਨੂੰ ਜ਼ਿਆਦਾ ਪਰੇਸ਼ਾਨ ਕਰਦੇ ਆ, ਸਾਡੇ ਇੱਟਾਂ ਬੱਟੇ ਮਾਰਦੇ ਆ। ਜਦ ਇੰਨੀ ਗੱਲ 'ਤੇ ਮਹਾਂਪੁਰਖ ਕਹਿਣ ਲੱਗੇ ਚਲੋ ਕੋਈ ਗੱਲ ਨਹੀਂ, ਤੁਸੀਂ ਇੱਦਾਂ ਕਰੋ ਕਿ ਜਦੋਂ ਅੱਗੇ ਤੋਂ ਤੁਸੀਂ ਆਇਆ ਕਰੋਗੇ ਹੈ ਨਾ, ਤੁਸੀਂ ਉਸ ਨਗਰ ਪਿੰਡੋਂ ਹੈ ਨਾ ਜਿਹੜੇ ਬਾਹਰਲੇ ਖੇਤ ਉਹਨਾਂ ਬਾਹਰਲੇ ਖੇਤਾਂ ਵਿੱਚੋਂ ਦੀ ਨਿਕਲ ਕੇ ਆਇਆ ਕਰੋ। ਦੇਖੋ ਜੀ, ਸੰਗਤ ਨੇ ਮਹਾਂਪੁਰਖਾਂ ਦਾ ਵਚਨ ਮੰਨਿਆ, ਉਸ ਪਿੰਡੋਂ ਬਾਹਰ ਜਿਹੜੇ ਖੇਤ ਸੀਗੇ ਉਹਨਾਂ ਖੇਤਾਂ ਵਿੱਚੋਂ ਜੇ ਸੰਗਤ ਆਉਣ ਲੱਗੀ ਅਤੇ ਇਹ ਜਿਹੜੇ ਮਨ ਚਲੇ ਪ੍ਰਾਣੀ ਸੀਗੇ ਇਹਨਾਂ ਨੇ ਕੀ ਕੀਤਾ ਕਿ ਸੰਗਤ ਜਿਹੜੀ ਆ ਸਾਡੇ ਰਸਤਿਆਂ ਥਾਣੀ ਨਹੀਂ ਕਿ ਦੂਰੋਂ ਜਿਹੜੇ ਸਾਡੇ ਖੇਤ ਆ ਉਹਨਾਂ ਉੱਤੋਂ ਦੀ ਬਗੜ ਕੇ ਆਉਣ ਲੱਗ ਪਈ ਆ। ਅਤੇ ਇਹਨਾਂ ਮਨ ਚੱਲਿਆ ਆਦਮੀਆਂ ਨੇ ਉਹਨਾਂ ਟਾਈਮਾਂ ਦੇ ਵਿੱਚ ਫਿਰ ਸ਼ਿਕਾਰੀ ਕੁੱਤੇ ਰੱਖ ਲਏ ਅਤੇ ਸ਼ਿਕਾਰੀ ਕੁੱਤੇ ਉਹਨਾਂ ਦੇ ਪਿੱਛੇ ਛੱਡ ਦਿਆ ਕਰਨ ਅਤੇ ਕਈਆਂ ਕੁੱਤਿਆਂ ਨੇ ਸੰਗਤ ਨੂੰ ਵੱਢਣਾ। ਜਦ ਵੱਢਣਾ ਸੀਗਾ ਅਤੇ ਫਿਰ ਇਹ ਜਦ ਘਟਨਾ ਹੋਈ, ਉਸ ਤੋਂ ਬਾਅਦ ਜਦ ਸੰਗਤ ਨੇ ਫਿਰ ਮਹਾਂਪੁਰਖਾਂ ਦੇ ਪਾਸ ਬੇਨਤੀ ਕੀਤੀ ਕਿ ਮਹਾਂਪੁਰਖੋ ਅਸੀਂ ਤਾਂ ਤੁਹਾਡੇ ਤਿੰਨੇ ਵਚਨ ਮੰਨ ਕੇ ਦੇਖ ਲਏ, ਪਰ ਉਹ ਹਟਦੇ ਹੀ ਨਹੀਂ, ਦੱਸੋ ਕੀ ਕਰੀਏ। ਅਤੇ ਫਿਰ ਦੇਖੋ ਮਹਾਂਪੁਰਖਾਂ ਨੇ ਜਿਹੜਾ ਖਿਮਾ ਦਾ ਗੁਣ ਸੀਗਾ ਉਸ ਗੁਣ ਨੂੰ ਕਿਸ ਢੰਗ ਦੇ ਨਾਲ ਵਰਤਿਆ। ਅਤੇ ਮਹਾਂਪੁਰਖ ਬਾਬਾ ਕਰਮ ਸਿੰਘ ਜੀ ਕਹਿਣ ਲੱਗੇ, ਕਹਿੰਦੇ ਚੰਗਾ ਭਾਈ, ਹੁਣ ਗੱਲ ਇਹ ਹੈਗੀ ਆ ਕਿ ਉਹਨਾਂ ਦਾ ਕਰਮ ਹੁਣ ਉਹ ਜਾਣਨ ਜਾਂ ਵਾਹਿਗੁਰੂ ਜਾਣੇ, ਅਸੀਂ ਵਿੱਚੋਂ ਬਾਹਰ ਹੋਏ। ਕਹਿਣ ਦਾ ਭਾਵ ਇਹ ਕਿ ਸਾਡਾ ਉਹਨਾਂ ਦੀਆਂ ਵਧੀਕੀਆਂ ਦੇ ਨਾਲ ਕੋਈ ਸੰਬੰਧ ਨਹੀਂ। ਅਗਰ ਉਹਨਾਂ ਨੇ ਵਧੀਕੀਆਂ ਕੀਤੀਆਂ ਤਾਂ ਫਿਰ ਭਾਈ ਉਹ ਜਾਣੇ ਜਾਂ ਉਹ ਪਰਮੇਸ਼ਰ ਜਾਣੇ, ਅਸੀਂ ਵਿੱਚੋਂ ਬਾਹਰ ਹੋਏ। ਜਦੋਂ ਇਹ ਜਿਹੜਾ ਖਿਮੇ ਦੇ ਗੁਣ ਦਾ ਵਰਤਾਰਾ ਬਾਬਾ ਕਰਮ ਸਿੰਘ ਉਹਨਾਂ ਨੇ ਇਸ ਢੰਗ ਨਾਲ ਕੀਤਾ ਸੀਗਾ, ਉਸ ਤੋਂ ਬਾਅਦ ਦੱਸਦੇ ਸੀ ਕਿ ਵੀ ਜਿੰਨੇ ਵੀ ਮਨ ਚਲੇ ਆਦਮੀ ਸੀਗੇ ਹੈ ਨਾ, ਉਹਨਾਂ ਟਾਈਮਾਂ ਦੇ ਵਿੱਚ ਇੱਕ ਭਿਆਨਕ ਬਿਮਾਰੀ ਦਾ ਸ਼ਿਕਾਰ ਹੋ ਕੇ ਸਾਰੇ ਦੇ ਸਾਰੇ ਜਿਹੜੇ ਸੀਗੇ ਉਹ ਮੌਤ ਦੇ ਮੂੰਹ ਦੇ ਵਿੱਚ ਚਲੇ ਗਏ ਸੀ। ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਗੁਰਮੁਖ ਪਿਆਰੇ ਨਹੀਂ ਚਾਹੁੰਦੇ ਕਿ ਉਹਨਾਂ ਦੇ ਅੰਦਰ ਕਿਸੇ ਤਰ੍ਹਾਂ ਦਾ ਕਿਸੇ ਦੇ ਪ੍ਰਤੀ ਕੋਈ ਬੈਰ ਭਾਵ ਹੋਵੇ। ਇਸੇ ਕਰਕੇ ਮਹਾਂਪੁਰਖ ਜਾਂ ਗੁਰਸਿੱਖ ਪ੍ਰਾਣੀ ਚਾਹੇ ਜੰਗ ਯੁੱਧਾਂ ਦੇ ਅੰਦਰ ਵੀ ਉਹ ਜੰਗ ਲੜਦੇ ਆ ਤਾਂ ਵੀ ਜੰਗ ਦੇ ਅੰਦਰ ਉਹ ਕਿਸੇ ਦੇ ਪ੍ਰਤੀ ਬੈਰ ਭਾਵਨਾ ਨਹੀਂ ਰੱਖਦੇ। ਉਹ ਕੇਵਲ ਅਤੇ ਕੇਵਲ ਜੰਗ ਦੇ ਵਿੱਚ ਧਰਮ ਦਾ ਹੀ ਕਾਰਜ ਸਮਝ ਕੇ ਜੰਗ ਕਰਦੇ ਆ। ਸੋ ਜਦੋਂ ਉਹ ਧਰਮ ਦਾ ਕੰਮ ਸਮਝ ਕੇ ਜੰਗ ਕਰਦੇ ਆ ਤਾਂ ਫਿਰ ਉਹਨਾਂ ਦੇ ਮਨ ਦੀ ਹਮੇਸ਼ਾ ਚੜ੍ਹਦੀ ਕਲਾ ਰਹਿੰਦੀ ਆ, ਕਿਉਂਕਿ ਉਹ ਜਦ ਜੰਗ ਵੀ ਕਰਦੇ ਆ ਨਾ, ਜੰਗ ਕਰਨ ਦੇ ਸਮੇਂ ਉਹਨਾਂ ਦੇ ਵਿੱਚ ਸ਼ਤਰਤਾ ਭਾਵ ਨਹੀਂ ਹੁੰਦੀ, ਤਮੋਗੁਣੀ ਬਿਰਤੀ ਨਹੀਂ ਹੁੰਦੀ, ਕ੍ਰੋਧ ਨਹੀਂ ਹੁੰਦਾ। ਅਤੇ ਜਦੋਂ ਕ੍ਰੋਧ ਨਹੀਂ ਹੁੰਦਾ ਉਹਨਾਂ ਦੇ ਅੰਦਰ ਕੇਵਲ ਅਤੇ ਕੇਵਲ ਧਰਮ ਦਾ ਕਾਰਜ ਹੁੰਦਾ ਹੈ। ਸੋ ਜਦ ਧਰਮ ਦਾ ਕਾਰਜ ਹੁੰਦਾ, ਧਰਮ ਦੇ ਕਾਰਜ ਦੇ ਅੰਦਰ ਆਨੰਦ ਬਣਿਆ ਰਹਿੰਦਾ, ਖੇੜਾ ਬਣਿਆ ਰਹਿੰਦਾ ਹੈਗਾ। ਅਤੇ ਜਦੋਂ ਖੇੜਾ ਬਣਿਆ ਰਹਿੰਦਾ, ਇਸ ਖੇੜੇ ਦੇ ਵਿੱਚ ਅਗਰ ਉਹ ਦੁਸ਼ਮਣ ਦਾ ਸਿਰ ਵੀ ਲਾ ਦਿੰਦੇ ਆ ਅਤੇ ਤਾਂ ਵੀ ਉਹਨਾਂ ਦੇ ਮਨ ਦੀ ਪ੍ਰਸੰਨਤਾ ਰਹਿੰਦੀ ਹੈ ਕਿ ਉਹਨਾਂ ਨੂੰ ਪਤਾ ਹੁੰਦਾ ਕਿ ਮੈਂ ਕਿਸੇ ਦੁਸ਼ਮਣ ਦਾ ਸਿਰ ਜਿਹੜਾ ਕੱਟਿਆ ਨਹੀਂ ਹੈ, ਮੈਂ ਤਾਂ ਵੱਤ ਕੀਤਾ। ਸੋ ਜਿਹੜਾ ਵੱਤ ਲਫ਼ਜ਼ ਹੈ ਪਰਮੇਸ਼ਰ ਦੀ ਪ੍ਰਸੰਨਤਾ ਅਤੇ ਹੁਕਮ ਦਾ ਸੂਚਕ ਹੈਗਾ। ਇਹ ਉਹੋ ਹੀ ਕਰ ਸਕਦਾ ਜਿਹਦੇ ਅੰਦਰ ਖਿਮਾ ਦਾ ਗਹਿਰਾ ਗੁਣ ਹੋਵੇ। ਅਤੇ ਜਿਹੜੇ ਖਿਮਾ ਕਰਦੇ ਆ ਇਹੋ ਜਿਹੇ ਪ੍ਰਾਣੀ ਤਾਂ ਵੱਡੇ ਵੱਡੇ ਰਾਖਸ਼ਾਂ ਨੂੰ ਵੀ ਮਾਫ਼ ਕਰ ਦਿੰਦੇ ਆ ਅਤੇ ਉਹਨਾਂ ਦਾ ਕੋਈ ਔਗਣ ਗੁਣ ਨਹੀਂ ਚਿਤਾਰਦੇ। ਇਸੇ ਕਰਕੇ ਸਾਨੂੰ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਸੁਖਮਨੀ ਸਾਹਿਬ ਦੇ ਵਿੱਚ ਦੱਸਿਆ ਹੈਗਾ
कि जिहड़ा निंदक हैगा, निंदक दा पाप बहुत ज़्यादा वड्डा हैगा। पर यदि निंदा करदा हैगा कोई प्राणी, अगर वो प्राणी उस निंदक नूं भी बख्श दवे तो फिर महापुरख आखदे आ कि उस निंदक का भी भला हो जाता, वो भी संसार सागर तो तर जाता हैगा। सो खिमा का गुण एडा प्रधान होना चाहिए हैगा। सो इहो जिहा खिमा का गुण ही गुरसिखां नूं वाहिगुरू के दर दे उत्ते उसकी प्रसन्नता बख्शदा है। सो दास इन्ने ही वचन करदा होया खिमा का जाचकवा जी, होइयां बेअंत भुल्लां चुकां दी खिमा बख्शणी। सो फतेह बुलाओ। वाहिगुरू जी का खालसा, वाहिगुरू जी की फतेह।